ਪਿਆਰੇ ਵਿਦਿਆਰਥੀਓ, ਇਸ ਵੀਡੀਓ ਵਿੱਚ ਅਸੀਂ ਚਰਚਾ ਕਰਾਂਗੇ ਕਿ ਭਾਰਤ ਵਿੱਚ ਉੱਚ ਅਦਾਲਤਾਂ ਨਾਲ ਜਾਂ ਹਾਈ ਕੋਰਟਸ ਨਾਲ ਸੰਬੰਧਿਤ ਕਿਹੜੀਆਂ-ਕਿਹੜੀਆਂ ਮੁੱਖ ਸੰਵਿਧਾਨਕ ਵਿਵਸਥਾਵਾਂ ਹਨ। ਪਹਿਲੀ ਵਿਵਸਥਾ ਹੈ ਕਿ ਹਰ ਰਾਜ ਲਈ ਇੱਕ ਉੱਚ ਅਦਾਲਤ ਜ਼ਰੂਰ ਹੁੰਦੀ ਹੈ। ਸੰਵਿਧਾਨ ਵਿੱਚ ਲਿਖਿਆ ਗਿਆ ਹੈ ਕਿ ਹਰ ਰਾਜ ਲਈ ਇੱਕ ਉੱਚ ਅਦਾਲਤ ਹੋਵੇਗੀ। ਇਹ ਨਹੀਂ ਲਿਖਿਆ ਗਿਆ ਕਿ ਹਰ ਰਾਜ ਵਿੱਚ ਇੱਕ ਉੱਚ ਅਦਾਲਤ ਹੋਵੇਗੀ, ਕਿਉਂਕਿ ਕਿਸੇ ਉੱਚ ਅਦਾਲਤ ਦਾ ਅਧਿਕਾਰ ਖੇਤਰ ਹੈ ਜੋ ਉਹ ਇੱਕ ਤੋਂ ਵਧੇਰੇ ਰਾਜਾਂ ਲਈ ਵੀ ਹੋ ਸਕਦਾ ਹੈ ਜਾਂ ਇੱਕ ਦੋ ਰਾਜਾਂ ਅਤੇ ਕਿਸੇ ਕੇਂਦਰੀ ਸ਼ਾਸਿਤ ਪ੍ਰਦੇਸ਼ ਲਈ ਵੀ ਹੋ ਸਕਦਾ ਹੈ। ਜਿਵੇਂ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ ਜਿਹੜੀ, ਇਸ ਦਾ ਅਧਿਕਾਰ ਖੇਤਰ ਪੰਜਾਬ, ਹਰਿਆਣਾ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਤਿੰਨਾਂ ਹੀ ਯੂਨਿਟਾਂ ਨੂੰ ਕਵਰ ਕਰਦਾ ਹੈ। ਹਰ ਉੱਚ ਅਦਾਲਤ ਹੈ ਜੋ ਉਸ ਨੂੰ ਅਭਿਲੇਖ ਦੀ ਅਦਾਲਤ ਹੋਣ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ ਭਾਰਤੀ ਸੰਵਿਧਾਨ ਦੁਆਰਾ। ਅਭਿਲੇਖ ਦੀ ਅਦਾਲਤ ਜਾਂ ਕੋਰਟ ਆਫ ਰਿਕਾਰਡ ਹੋਣ ਦਾ ਭਾਵ ਹੈ ਕਿ ਇਸ ਦੇ ਜੋ ਫੈਸਲੇ ਨੇ ਉਹ ਉਸ ਖੇਤਰ ਵਿੱਚ, ਜਿੱਥੋਂ ਤੱਕ ਉਸ ਦਾ ਅਧਿਕਾਰ ਖੇਤਰ ਹੈ, ਉਸ ਖੇਤਰ ਵਿੱਚ ਹੋਰ ਸਾਰੀਆਂ ਜਿਹੜੀਆਂ ਹੇਠਲੀਆਂ ਕੋਰਟਸ ਨੇ ਉਹਨਾਂ ਲਈ ਦ੍ਰਿਸ਼ਟਾਂਤ ਦੇ ਤੌਰ ਤੇ ਰੱਖੇ ਜਾਂਦੇ ਨੇ। ਭਾਵ ਇੱਕ ਤਰ੍ਹਾਂ ਦੇ ਕੇਸ ਵਿੱਚ ਜੋ ਫੈਸਲਾ ਹਾਈ ਕੋਰਟ ਨੇ ਕੀਤਾ ਹੈ, ਹੇਠਲੀਆਂ ਕੋਰਟਾਂ ਲਈ, ਹੇਠਲੀਆਂ ਅਦਾਲਤਾਂ ਲਈ ਉਹ ਫੈਸਲਾ ਹੈ ਜੋ ਇੱਕ ਕਾਨੂੰਨ ਦੇ ਰੂਪ ਵਿੱਚ ਹੀ ਲਾਗੂ ਹੋ ਜਾਂਦਾ ਹੈ। ਉਹਨਾਂ ਨੂੰ ਵੀ ਉਸੇ ਹੀ ਦਿਸ਼ਾ ਵਿੱਚ ਆਪਣੇ ਫੈਸਲੇ ਕਰਨੇ ਪੈਂਦੇ ਹਨ। ਅਤੇ ਅਭਿਲੇਖ ਦੀ ਅਦਾਲਤ ਹੋਣ ਦਾ, ਕੋਰਟ ਆਫ ਰਿਕਾਰਡ ਹੋਣ ਦਾ ਦੂਸਰਾ ਭਾਵ ਲਿਆ ਜਾਂਦਾ ਹੈ ਕਿ ਹਰ ਉੱਚ ਅਦਾਲਤ ਨੂੰ ਆਪਣੀ ਮਾਣਹਾਨੀ ਲਈ ਸਜ਼ਾ ਦੇਣ ਦਾ ਅਧਿਕਾਰ ਹੈ। ਜੇ ਕੋਈ ਵਿਅਕਤੀ ਉੱਚ ਅਦਾਲਤ ਦੇ ਖਿਲਾਫ ਕੋਈ ਬਿਆਨਬਾਜ਼ੀ ਕਰਦਾ ਹੈ, ਉੱਚ ਅਦਾਲਤ ਦੀ ਨਿੰਦਿਆ ਕਰਦਾ ਹੈ, ਤਾਂ ਉੱਚ ਅਦਾਲਤ ਅਜਿਹੇ ਵਿਅਕਤੀ ਨੂੰ ਸਜ਼ਾ ਦੇ ਸਕਦੀ ਹੈ। ਦੂਸਰੀ ਮੁੱਖ ਵਿਵਸਥਾ ਹੈ ਹਾਈ ਕੋਰਟਸ ਨਾਲ ਸੰਬੰਧਿਤ ਸਾਡੇ ਸੰਵਿਧਾਨ ਵਿੱਚ ਹਾਈ ਕੋਰਟ ਦੀ ਰਚਨਾ ਅਤੇ ਜੱਜਾਂ ਦੀਆਂ ਨਿਯੁਕਤੀਆਂ। ਸੰਵਿਧਾਨ ਵਿੱਚ ਕਿਹਾ ਗਿਆ ਹੈ ਕਿ ਹਰ ਉੱਚ ਅਦਾਲਤ ਦੇ ਵਿੱਚ ਇੱਕ ਮੁੱਖ ਜੱਜ ਜ਼ਰੂਰ ਹੋਵੇਗਾ ਅਤੇ ਬਾਕੀ ਜੱਜਾਂ ਦੀ ਗਿਣਤੀ ਕੋਈ ਸੰਵਿਧਾਨਕ ਤੌਰ ਤੇ ਨਿਸ਼ਚਿਤ ਨਹੀਂ ਕੀਤੀ ਗਈ। ਰਾਸ਼ਟਰਪਤੀ ਨੂੰ ਇਹ ਅਧਿਕਾਰ ਹੈ ਕਿ ਸਮੇਂ-ਸਮੇਂ ਤੇ ਜਿੰਨੇ ਚਾਹੇ ਉਹ ਮੁੱਖ ਜੱਜ ਤੋਂ ਬਿਨਾਂ ਉਨੇ ਹੋਰ ਜੱਜ ਅਪੁਆਇੰਟ ਕਰ ਸਕਦਾ ਹੈ। ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਅਤੇ 62 ਸਾਲ ਦੀ ਉਮਰ ਤੱਕ ਹਾਈ ਕੋਰਟ ਦੇ ਜੱਜ ਆਪਣੇ ਅਹੁਦੇ ਤੇ ਰਹਿੰਦੇ ਹਨ। ਪਰੰਤੂ ਇਸ ਤੋਂ ਪਹਿਲਾਂ ਵੀ ਕਿਸੇ ਜੱਜ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। 62 ਸਾਲ ਦੀ ਉਮਰ ਤੋਂ ਪਹਿਲਾਂ ਜੱਜ ਆਪ ਅਸਤੀਫਾ ਵੀ ਦੇ ਸਕਦਾ ਹੈ ਅਤੇ ਉਸ ਨੂੰ ਅਹੁਦੇ ਤੋਂ ਹਟਾਇਆ ਵੀ ਜਾ ਸਕਦਾ ਹੈ। ਅਹੁਦੇ ਤੋਂ ਹਟਾਉਣ ਲਈ ਉਹੀ ਵਿਧੀ ਦੱਸੀ ਗਈ ਹੈ ਸੰਵਿਧਾਨ ਵਿੱਚ, ਜਿਹੜੀ ਵਿਧੀ ਸੁਪਰੀਮ ਕੋਰਟ ਦੇ ਕਿਸੇ ਜੱਜ ਨੂੰ ਅਹੁਦੇ ਤੋਂ ਹਟਾਉਣ ਲਈ ਦੱਸੀ ਗਈ ਹੈ। ਉਹ ਵਿਧੀ ਕੀ ਹੈ? ਇਸ ਵਿਧੀ ਅਧੀਨ ਡਬਲ ਮੈਜੋਰਟੀ ਦੇ ਨਾਲ ਕੋਈ ਹਾਊਸ ਜੇ ਮਤਾ ਪਾਸ ਕਰਦਾ ਪਾਰਲੀਮੈਂਟ ਦਾ, ਫਿਰ ਦੂਸਰਾ ਹਾਊਸ ਉਸੇ ਡਬਲ ਮੈਜੋਰਟੀ ਦੇ ਨਾਲ ਮਤਾ ਪਾਸ ਕਰਦਾ ਜੱਜ ਨੂੰ ਹਟਾਉਣ ਲਈ, ਤਾਂ ਫਿਰ ਉਹ ਜੋ ਐਡਰੈਸ ਹੈ ਉਹ ਰਾਸ਼ਟਰਪਤੀ ਨੂੰ ਭੇਜਿਆ ਜਾਂਦਾ ਹੈ। ਰਾਸ਼ਟਰਪਤੀ ਉਸ ਤੇ ਸਾਈਨ ਕਰਦਾ ਹੈ ਤਾਂ ਕਿਸੇ ਜੱਜ ਨੂੰ ਹਟਾਇਆ ਜਾ ਸਕਦਾ ਹੈ। ਇੱਥੇ ਡਬਲ ਮੈਜੋਰਟੀ ਦਾ ਭਾਵ ਹੈ ਜਿੰਨੇ ਕੁੱਲ ਮੈਂਬਰ ਨੇ ਹਾਊਸ ਦੇ ਉਹਨਾਂ ਦੀ ਸਿੰਪਲ ਮੈਜੋਰਟੀ। ਜਿਵੇਂ ਕਿ ਲੋਕ ਸਭਾ ਦੇ 545 ਮੈਂਬਰ ਨੇ, 545 ਮੈਂਬਰਾਂ ਦੀ ਸਿੰਪਲ ਮੈਜੋਰਟੀ ਭਾਵ 273 ਮੈਂਬਰ ਨੇ ਜਿਹੜੇ ਉਹ ਮਤੇ ਦੇ ਹੱਕ ਵਿੱਚ ਜ਼ਰੂਰ ਹੋਣੇ ਚਾਹੀਦੇ ਨੇ। ਚਾਹੇ ਵੋਟ ਪਾਉਣ ਵਾਲੇ ਮੈਂਬਰ 500 ਨੇ, ਚਾਹੇ 545 ਨੇ, ਚਾਹੇ ਕੇਵਲ 300 ਮੈਂਬਰ ਹੀ ਮਤੇ ਤੇ ਵੋਟ ਪਾ ਰਹੇ ਨੇ। ਮਤੇ ਦੇ ਹੱਕ ਵਿੱਚ ਘੱਟੋ ਘੱਟ 273 ਵੋਟਾਂ ਜ਼ਰੂਰ ਪੈਣੀਆਂ ਚਾਹੀਦੀਆਂ ਨੇ। ਇੱਥੇ ਜੇ ਅਸੀਂ ਮੰਨ ਲਈਏ ਕਿ 450 ਮੈਂਬਰ ਨੇ ਜੋ ਉਹ ਵੋਟਾਂ ਪਾ ਰਹੇ ਨੇ, ਜਿਸ ਦੇ ਕਿਸੇ ਜੱਜ ਨੂੰ ਹਟਾਉਣ ਲਈ ਕੋਈ ਐਡਰੈਸ ਪੇਸ਼ ਕੀਤਾ ਗਿਆ ਹੈ, ਤਾਂ ਜੋ ਲੋੜੀਂਦੀਆਂ ਵੋਟਾਂ ਨੇ ਉਹ 273 ਨਹੀਂ ਹੋਣਗੀਆਂ। ਫਿਰ ਇੱਥੇ ਦੂਸਰਾ ਬਹੁਮਤ ਲੱਗੇਗਾ 2/3 ਮੈਜੋਰਟੀ ਵਾਲਾ। ਸਿੰਪਲ ਮੈਜੋਰਟੀ ਵਾਲਾ ਵੀ ਪਾਸ ਜ਼ਰੂਰੀ ਹੈ ਅਤੇ 2/3 ਮੈਜੋਰਟੀ ਵਾਲਾ ਵੀ ਜ਼ਰੂਰੀ ਹੈ। ਸਿੰਪਲ ਮੈਜੋਰਟੀ ਆਫ ਟੋਟਲ ਮੈਂਬਰਸ ਆਫ ਦੀ ਹਾਊਸ ਐਂਡ 2/3 ਮੈਜੋਰਟੀ ਆਫ ਮੈਂਬਰਸ ਆਫ ਦੀ ਹਾਊਸ ਪ੍ਰੈਜ਼ੈਂਟ ਐਂਡ ਵੋਟਿੰਗ। ਇੱਥੇ ਦੋਵੇਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ। ਜੇ ਅਸੀਂ ਮੰਨ ਲਈਏ ਕਿ 450 ਮੈਂਬਰ ਮਤੇ ਤੇ ਵੋਟਾਂ ਪਾ ਰਹੇ ਨੇ ਤਾਂ 450 ਦਾ ਜੋ 2/3 ਬਹੁਮਤ ਹੈ ਉਹ 273 ਤੋਂ ਜ਼ਿਆਦਾ ਬਣਦਾ ਹੈ। 2/3 ਬਹੁਮਤ ਬਣਦਾ ਹੈ 300 ਮੈਂਬਰ। 2/3 ਬਹੁਮਤ ਦਾ ਭਾਵ ਹੈ ਮਲਟੀਪਲਾਈ ਬਾਈ 2 ਐਂਡ ਡਿਵਾਈਡਡ ਬਾਈ 3। ਇਸ ਤਰ੍ਹਾਂ ਦੋਵਾਂ ਹੀ ਬਹੁਮਤਾਂ ਦੇ ਵਿੱਚੋਂ ਸਿੰਪਲ ਮੈਜੋਰਟੀ ਅਤੇ ਸਪੈਸ਼ਲ 2/3 ਮੈਜੋਰਟੀ, ਦੋਨਾਂ ਹੀ ਮੈਜੋਰਟੀਜ਼ ਦੇ ਵਿੱਚੋਂ ਜਿਹੜੀ ਸ਼ਰਤ ਜ਼ਿਆਦਾ ਵੱਡੀ ਹੋਵੇ ਉਹ ਸ਼ਰਤ ਨੂੰ ਪੂਰੀ ਕਰਨੀ ਪੈਂਦੀ ਹੈ। ਤੇ ਹਟਾਇਆ ਕਿਸ ਆਧਾਰ ਤੇ ਜਾ ਸਕਦਾ ਹੈ? ਦੋ ਆਧਾਰ ਸਾਡੇ ਸੰਵਿਧਾਨ ਨੇ ਦੱਸੇ ਨੇ: ਸਿੱਧ ਹੋ ਚੁੱਕਿਆ ਦੁਰਵਿਵਹਾਰ ਜਾਂ ਅਸਮਰਥਾ, ਪ੍ਰੂਵਡ ਮਿਸਬਿਹੇਵੀਅਰ ਔਰ ਇਨਕੈਪੈਸਿਟੀ। ਇਹਨਾਂ ਦੋਹਾਂ ਆਧਾਰਾਂ ਦੇ ਵਿੱਚੋਂ ਕਿਸੇ ਇੱਕ ਆਧਾਰ ਤੇ ਹਾਈ ਕੋਰਟ ਦੇ ਕਿਸੇ ਜੱਜ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਇਸ ਤਰ੍ਹਾਂ ਜੱਜ ਨੂੰ ਹਟਾਉਣ ਦੀ ਜੋ ਇਹ ਵਿਧੀ ਹੈ ਇਹ ਕਾਫੀ ਜ਼ਿਆਦਾ ਔਖੀ ਰੱਖੀ ਗਈ ਹੈ। ਤੀਸਰੀ ਮੁੱਖ ਵਿਵਸਥਾ ਸੰਵਿਧਾਨ ਦੇ ਵਿੱਚ ਹੈ ਜੱਜਾਂ ਦੀਆਂ ਯੋਗਤਾਵਾਂ ਨਾਲ ਸੰਬੰਧਿਤ। ਹਾਈ ਕੋਰਟ ਦੇ ਜੱਜਾਂ ਦੀਆਂ ਯੋਗਤਾਵਾਂ ਕੀ ਹੋਣਗੀਆਂ? ਦੋ ਯੋਗਤਾਵਾਂ ਨਿਸ਼ਚਿਤ ਕੀਤੀਆਂ ਗਈਆਂ ਨੇ। ਇੱਕ ਯੋਗਤਾ ਤਾਂ ਫਿਕਸ ਹੈ ਕਿ ਉਹ ਵਿਅਕਤੀ ਭਾਰਤ ਦਾ ਨਾਗਰਿਕ ਹੋਵੇ।
ਅਤੇ ਦੂਸਰੀਆਂ 2 ਯੋਗਤਾਵਾਂ ਨੇ ਉਹਨਾਂ ਵਿੱਚੋਂ ਕੋਈ ਇੱਕ ਯੋਗਤਾ ਪੂਰੀ ਕਰਦਾ ਹੋਵੇ। ਉਹ 2 ਯੋਗਤਾਵਾਂ ਨੇ, ਉਹ ਵਿਅਕਤੀ ਘੱਟੋ ਘੱਟ 10 ਸਾਲ ਲਈ ਭਾਰਤ ਵਿੱਚ ਕਿਸੇ ਨਿਆਇਕ ਅਹੁਦੇ ਤੇ ਰਿਹਾ ਹੋਵੇ ਅਤੇ ਜਾਂ ਫਿਰ ਉਹ ਵਿਅਕਤੀ ਘੱਟੋ ਘੱਟ 10 ਸਾਲ ਲਈ ਕਿਸੇ ਉੱਚ ਅਦਾਲਤ ਦੇ ਵਿੱਚ ਐਡਵੋਕੇਟ ਰਿਹਾ ਹੋਵੇ। ਇਸ ਤਰ੍ਹਾਂ ਇਹ 3 ਕੰਡੀਸ਼ਨਸ ਨੇ, ਜਿਨ੍ਹਾਂ ਦੇ ਵਿੱਚੋਂ ਪਹਿਲੀ ਕੰਡੀਸ਼ਨ ਤਾਂ ਪੂਰੀ ਕਰਨੀ ਹੀ ਪੈਂਦੀ ਹੈ ਤੇ ਦੂਸਰੇ ਨੰਬਰ ਵਾਲੀਆਂ ਦੂਸਰੀ ਤੇ ਤੀਸਰੀ ਕੰਡੀਸ਼ਨ ਦੇ ਵਿੱਚੋਂ ਕੋਈ ਇੱਕ ਕੰਡੀਸ਼ਨ ਪੂਰੀ ਕਰਨੀ ਪੈਂਦੀ ਹੈ ਤਾਂ ਕਿਸੇ ਵਿਅਕਤੀ ਨੂੰ ਹਾਈ ਕੋਰਟ ਦੇ ਵਿੱਚ ਜੱਜ ਅਪਾਇੰਟ ਕੀਤਾ ਜਾ ਸਕਦਾ ਹੈ। ਅਤੇ ਹਰ ਵਿਅਕਤੀ ਜਿਸ ਨੂੰ ਕਿਸੇ ਹਾਈ ਕੋਰਟ ਦੇ ਵਿੱਚ ਜੱਜ ਅਪਾਇੰਟ ਕੀਤਾ ਗਿਆ ਹੋਵੇ, ਉਸ ਵਿਅਕਤੀ ਨੂੰ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਰਾਜ ਦੇ ਗਵਰਨਰ ਦੇ ਸਾਹਮਣੇ ਆਪਣੇ ਅਹੁਦੇ ਦੀ ਸਹੁੰ ਚੁੱਕਣੀ ਪੈਂਦੀ ਹੈ। ਚੌਥੀ ਮੁੱਖ ਵਿਵਸਥਾ ਹੈ ਹਾਈ ਕੋਰਟਸ ਨਾਲ ਸੰਬੰਧਿਤ ਜੱਜਾਂ ਦੀਆਂ ਤਨਖਾਹਾਂ ਅਤੇ ਭੱਤੇ। ਹਾਈ ਕੋਰਟ ਦੇ ਜੱਜਾਂ ਦੀਆਂ ਤਨਖਾਹਾਂ ਅਤੇ ਭੱਤੇ ਨੇ ਜਿਹੜੇ ਉਹ ਭਾਰਤ ਦੀ ਸੰਸਦ ਦੁਆਰਾ ਤੈਅ ਕੀਤੇ ਜਾਂਦੇ ਨੇ। ਰਾਜ ਦੀ ਵਿਧਾਨ ਸਭਾ ਤੈਅ ਨਹੀਂ ਕਰ ਸਕਦੀ। ਬੇਸ਼ੱਕ ਰਾਜਾਂ ਨਾਲ ਸੰਬੰਧਿਤ ਸੰਸਥਾ ਹੈ ਇਹ, ਪਰੰਤੂ ਸਾਡੀ ਸੰਸਦ ਹੀ ਜੱਜਾਂ ਦੀਆਂ ਤਨਖਾਹਾਂ ਭੱਤੇ ਤੈਅ ਕਰ ਸਕਦੀ ਹੈ। ਇਹ ਤਨਖਾਹਾਂ ਭੱਤੇ ਨੇ ਜਿਹੜੇ ਰਾਜ ਦੀ ਸੰਚਿਤ ਨਿਧੀ ਚੋਂ ਭਾਰ ਤੇ ਖਰਚ ਮੰਨੇ ਜਾਂਦੇ ਹਨ। ਚਾਰਜਡ ਐਕਸਪੈਂਡੀਚਰ ਦੀ ਕੈਟੇਗਰੀ ਦੇ ਵਿੱਚ ਆਉਂਦੇ ਹਨ। ਚਾਰਜਡ ਐਕਸਪੈਂਡੀਚਰ ਜਾਂ ਭਾਰਿਤ ਖਰਚ ਹੋਣ ਦਾ ਭਾਵ ਹੈ ਕਿ ਰਾਜ ਦਾ ਜੋ ਮੁੱਖ ਖਜ਼ਾਨਾ ਹੈ, ਸੰਚਿਤ ਨਿਧੀ, ਉਸ ਦੇ ਵਿੱਚੋਂ ਇਹ ਖਰਚੇ ਹਰ ਹਾਲਤ ਦੇ ਵਿੱਚ ਕੀਤੇ ਜਾਣਗੇ। ਭਾਵ ਇਹ ਖਰਚੇ ਨੇ ਜਿਹੜੇ ਇਹ ਵਿਧਾਨ ਸਭਾ ਦੇ ਵੋਟਿੰਗ ਅਧਿਕਾਰ ਖੇਤਰ ਤੋਂ ਵੀ ਬਾਹਰ ਨੇ। ਅਤੇ ਕਿਸੇ ਜੱਜ ਦੀ ਨਿਯੁਕਤੀ ਹੋਣ ਤੋਂ ਬਾਅਦ ਉਸ ਦੀਆਂ ਤਨਖਾਹਾਂ, ਭੱਤੇ ਅਤੇ ਸੇਵਾ ਸ਼ਰਤਾਂ ਨੇ ਜੋ ਉਹ ਇਸ ਤਰ੍ਹਾਂ ਨਹੀਂ ਬਦਲੀਆਂ ਜਾ ਸਕਦੀਆਂ ਕਿ ਉਸ ਜੱਜ ਦਾ ਨੁਕਸਾਨ ਹੁੰਦਾ ਹੋਵੇ। ਭਾਵ ਤਨਖਾਹਾਂ, ਭੱਤੇ, ਛੁੱਟੀਆਂ ਆਦਿ ਘਟਾਈਆਂ ਨਹੀਂ ਜਾ ਸਕਦੀਆਂ, ਕਿਸੇ ਜੱਜ ਦੀਆਂ ਵਧਾਈਆਂ ਜਾ ਸਕਦੀਆਂ ਨੇ। ਇਸ ਸਮੇਂ ਭਾਰਤ ਦੇ ਵਿੱਚ ਹਰੇਕ ਹਾਈ ਕੋਰਟ ਦਾ ਜੋ ਮੁੱਖ ਜੱਜ ਹੈ ਉਹ 2,50,000 ਰੁਪਏ ਪ੍ਰਤੀ ਮਹੀਨਾ ਅਤੇ ਜਿਹੜੇ ਆਮ ਜੱਜ ਨੇ ਉਹ 2,25,000 ਰੁਪਏ ਪ੍ਰਤੀ ਮਹੀਨਾ ਤਨਖਾਹ ਲੈ ਰਹੇ ਨੇ। ਇਸ ਤੋਂ ਬਿਨਾਂ ਕੁਝ ਅਲਾਉਂਸਸ ਵੀ ਜੱਜਾਂ ਨੂੰ ਦਿੱਤੇ ਜਾਂਦੇ ਨੇ। ਪੰਜਵੀਂ ਵਿਵਸਥਾ ਹੈ ਹਾਈ ਕੋਰਟ ਦੇ ਵਿੱਚ ਵਧੀਕ ਅਤੇ ਕਾਰਜਕਾਰੀ ਜੱਜਾਂ ਦੀ ਨਿਯੁਕਤੀ, ਅਪਾਇੰਟਮੈਂਟ ਆਫ ਐਡੀਸ਼ਨਲ ਐਂਡ ਐਕਟਿੰਗ ਜੱਜਸ। ਕਿਸੇ ਵੀ ਉੱਚ ਅਦਾਲਤ ਦੇ ਵਿੱਚ ਨਿਯੁਕਤੀਆਂ ਲਈ ਜਿਹੜਾ ਵਿਅਕਤੀ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ, ਜਿਹੜੀਆਂ ਸ਼ਰਤਾਂ ਅਸੀਂ 2 ਪਿੱਛੇ ਡਿਸਕਸ ਕੀਤੀਆਂ ਨੇ, ਉਹ ਦੋਵੇਂ ਸ਼ਰਤਾਂ ਪੂਰੀਆਂ ਕਰਦਾ ਹੋਵੇ, ਉਸ ਵਿਅਕਤੀ ਨੂੰ ਭਾਰਤ ਦਾ ਰਾਸ਼ਟਰਪਤੀ ਐਡੀਸ਼ਨਲ ਜਾਂ ਐਕਟਿੰਗ ਜੱਜ ਦੇ ਤੌਰ ਤੇ ਕਿਸੇ ਹਾਈ ਕੋਰਟ ਦੇ ਵਿੱਚ ਅਪਾਇੰਟ ਕਰ ਸਕਦਾ ਹੈ। ਇਹ 2 ਜਿਹੜੇ ਨਾਂ ਵਰਤੇ ਨੇ ਅਸੀਂ, 2 ਟਰਮਸ ਵਰਤੀਆਂ ਨੇ, ਵਧੀਕ ਜੱਜ ਅਤੇ ਕਾਰਜਕਾਰੀ ਜੱਜ। ਇਹਨਾਂ ਦੇ ਵਿੱਚ ਮੁੱਖ ਡਿਫਰੈਂਸ ਇਹ ਹੈ, ਵਧੀਕ ਜੱਜ ਅਦਾਲਤ ਦੇ ਕੰਮ 'ਚ ਜਦੋਂ ਕੁਝ ਸਮੇਂ ਲਈ ਅਚਾਨਕ ਵਾਧਾ ਹੋ ਜੇ ਜਾਂ ਅਦਾਲਤ ਦੇ ਵਿੱਚ ਕੇਸਾਂ ਦਾ ਏਰੀਅਰ ਬਹੁਤ ਇਕੱਠਾ ਹੋ ਜੇ, ਬਕਾਇਆ ਬਹੁਤ ਇਕੱਠਾ ਹੋ ਜੇ, ਤਾਂ ਐਡੀਸ਼ਨਲ ਜੱਜ ਦੀ ਜਾਂ ਵਧੀਕ ਜੱਜ ਦੀ ਅਪਾਇੰਟਮੈਂਟ ਕੀਤੀ ਜਾਂਦੀ ਹੈ। ਇਹ ਜਿੰਨਾ ਕੁ ਸਮਾਂ ਚਾਹੇ ਰਾਸ਼ਟਰਪਤੀ ਉਨੇ ਕੁ ਸਮੇਂ ਲਈ ਕਰ ਸਕਦਾ ਹੈ ਅਤੇ ਵੱਧ ਤੋਂ ਵੱਧ 2 ਸਾਲ ਦੇ ਸਮੇਂ ਲਈ ਕਰ ਸਕਦਾ ਹੈ। ਇਸ ਸਮੇਂ ਭਾਰਤ ਦੀਆਂ ਵੱਖੋ ਵੱਖਰੀਆਂ ਹਾਈ ਕੋਰਟਸ ਦੇ ਵਿੱਚ 300 ਦੇ ਕਰੀਬ ਐਡੀਸ਼ਨਲ ਜੱਜਸ ਕੰਮ ਕਰ ਰਹੇ ਹਨ। ਤੇ ਦੂਸਰੇ ਨੰਬਰ ਤੇ ਹੈ ਕਾਰਜਕਾਰੀ ਜੱਜ। ਜੋ ਕਾਰਜਕਾਰੀ ਜੱਜ ਨੇ ਉਹ ਕਿਸੇ ਰੈਗੂਲਰ ਜੱਜ ਦੀ ਥਾਂ ਤੇ ਅਪਾਇੰਟ ਕੀਤੇ ਜਾਂਦੇ ਨੇ। ਜਦੋਂ ਕੋਈ ਰੈਗੂਲਰ ਜੱਜ ਆਪਣੀਆਂ ਸੇਵਾਵਾਂ ਨਿਭਾਉਣ ਦੇ ਯੋਗ ਨਾ ਰਿਹਾ ਹੋਵੇ ਕੁਝ ਸਮੇਂ ਲਈ, ਬਿਮਾਰੀ ਕਾਰਨ ਜਾਂ ਕੋਈ ਉਹਨੂੰ ਐਮਰਜੈਂਸੀ ਛੁੱਟੀ ਲੈਣੀ ਪੈ ਜੇ ਤੇ ਉਸ ਦੀਆਂ ਸੇਵਾਵਾਂ ਦੀ ਜ਼ਰੂਰਤ ਹੋਵੇ, ਤਾਂ ਉਸ ਦੀ ਥਾਂ ਤੇ ਕਾਰਜਕਾਰੀ ਜੱਜ ਅਪਾਇੰਟ ਕਰ ਸਕਦਾ ਹੈ ਰਾਸ਼ਟਰਪਤੀ। ਇਹ ਉਦੋਂ ਤੱਕ ਆਪਣੇ ਅਹੁਦੇ ਤੇ ਰਹਿੰਦਾ ਹੈ ਜਦੋਂ ਤੱਕ ਜੋ ਰੈਗੂਲਰ ਜੱਜ ਹੈ ਉਹ ਆਪਣੀਆਂ ਸੇਵਾਵਾਂ ਤੇ ਵਾਪਸ ਨਹੀਂ ਆ ਜਾਂਦਾ। 6ਵੀਂ ਮੁੱਖ ਵਿਵਸਥਾ ਹੈ ਉੱਚ ਅਦਾਲਤ ਦੀ ਰਿਟਾਂ ਆਦਿ ਜਾਰੀ ਕਰਨ ਦੀ ਸ਼ਕਤੀ। ਇਸ ਦਾ ਜੋ ਡਿਟੇਲ ਹੈ ਉਹ ਅਸੀਂ ਹਾਈ ਕੋਰਟ ਦੇ ਫੰਕਸ਼ਨ ਵਾਲੇ ਚੈਪਟਰ ਦੇ ਵਿੱਚ ਪੜ੍ਹਾਂਗੇ। ਇੱਥੇ ਇੱਕ ਵਿਵਸਥਾ ਦੇ ਤੌਰ ਤੇ ਕਿ ਇਹ ਵੀ ਹਾਈ ਕੋਰਟ ਨਾਲ ਸੰਬੰਧਿਤ ਵਿਵਸਥਾ ਹੈ, ਇਸ ਨੂੰ ਅਸੀਂ ਬਰੀਫ ਦੇ ਵਿੱਚ ਡਿਸਕਸ ਕਰਦੇ ਹਾਂ। ਕੋਈ ਉੱਚ ਅਦਾਲਤ ਕਿਸੇ ਵਿਅਕਤੀ, ਅਥਾਰਟੀ ਜਾਂ ਸਰਕਾਰ ਨੂੰ ਨਿਰਦੇਸ਼ ਦੇ ਸਕਦੀ ਹੈ, ਹੁਕਮ ਦੇ ਸਕਦੀ ਹੈ ਜਾਂ ਰਿਟ ਜਾਰੀ ਕਰ ਸਕਦੀ ਹੈ। ਇਹ ਹੁਕਮ, ਨਿਰਦੇਸ਼ ਜਾਂ ਰਿਟਾਂ ਨੇ ਜਿਹੜੇ ਇਹ ਮੌਲਿਕ ਅਧਿਕਾਰਾਂ ਦੀ ਰਾਖੀ ਨਾਲ ਸੰਬੰਧਿਤ ਵੀ ਹੋ ਸਕਦੇ ਨੇ, ਜਿਵੇਂ ਸੁਪਰੀਮ ਕੋਰਟ ਨੂੰ ਪਾਵਰ ਦਿੱਤੀ ਗਈ ਹੈ ਆਰਟੀਕਲ 32 ਦੇ ਵਿੱਚ, ਅਤੇ ਉਸ ਤੋਂ ਬਿਨਾਂ ਕਿਸੇ ਹੋਰ ਕੰਟੈਕਸਟ ਦੇ ਵਿੱਚ ਵੀ ਇਹ ਆਦੇਸ਼, ਹੁਕਮ ਜਾਂ ਰਿਟ ਜਾਰੀ ਕੀਤੀ ਜਾ ਸਕਦੀ ਹੈ। 7ਵੀਂ ਵਿਵਸਥਾ ਹੈ ਹੇਠਲੀਆਂ ਅਦਾਲਤਾਂ ਤੇ ਨਿਗਰਾਨੀ ਕਰਨ ਦੀ ਸ਼ਕਤੀ ਹਾਈ ਕੋਰਟ ਦੀ। ਉੱਚ ਅਦਾਲਤ ਦੇ ਅਧਿਕਾਰ ਖੇਤਰ ਦੇ ਵਿੱਚ ਜਿੰਨੀਆਂ ਵੀ ਅਦਾਲਤਾਂ ਆਉਂਦੀਆਂ ਨੇ, ਸੈਨਿਕ ਅਦਾਲਤਾਂ ਤੋਂ ਬਿਨਾਂ, ਉੱਚ ਅਦਾਲਤ ਉਹਨਾਂ ਤੇ ਨਿਗਰਾਨੀ ਕਰਨ ਦੀ ਸ਼ਕਤੀ ਰੱਖਦੀ ਹੈ। ਹੇਠਲੀਆਂ ਅਦਾਲਤਾਂ ਤੋਂ ਉਹਨਾਂ ਦੀ ਕਾਰਵਾਈ ਦੇ ਵੇਰਵੇ ਮੰਗ ਸਕਦੀ ਹੈ, ਜੋ ਮੁੱਖ ਤੌਰ ਤੇ ਸੁਪਰਿੰਟੈਂਡੈਂਸ ਨਾਲ ਸੰਬੰਧਿਤ ਵਿਵਸਥਾਵਾਂ ਨੇ ਸੰਵਿਧਾਨ ਦੇ ਆਰਟੀਕਲ 227 ਵਿੱਚ ਨੇ। ਇਸ ਦੀ ਦੂਜੀ ਕਲਾਸ ਦੀ ਸਬ ਕਲਾਸ A ਦੇ ਵਿੱਚ ਕਿਹਾ ਗਿਆ ਕਿ ਹੇਠਲੀਆਂ ਅਦਾਲਤਾਂ ਤੋਂ ਉਹਨਾਂ ਦੀ ਕਾਰਵਾਈ ਦਾ ਵੇਰਵਾ ਮੰਗ ਸਕਦੀ ਹੈ ਉੱਚ ਅਦਾਲਤ।
ਹੇਠਲੀਆਂ ਅਦਾਲਤਾਂ ਦੀ ਕਾਰਵਾਈ ਦੇ ਸੰਚਾਲਨ ਸੰਬੰਧੀ ਨਿਯਮ ਬਣਾ ਸਕਦੀ ਹੈ, ਨਿਯਮ ਲਾਗੂ ਕਰਵਾ ਸਕਦੀ ਹੈ। ਹੇਠਲੀਆਂ ਅਦਾਲਤਾਂ ਦੇ ਵਿੱਚ ਵਿੱਤੀ ਹਿਸਾਬ ਕਿਤਾਬ ਕਿਵੇਂ ਰੱਖਿਆ ਜਾਵੇਗਾ, ਇਸ ਲਈ ਨਿਰਦੇਸ਼ ਜਾਰੀ ਕਰ ਸਕਦੀ ਹੈ। ਹੇਠਲੀਆਂ ਅਦਾਲਤਾਂ ਦੇ ਅਧਿਕਾਰੀ ਅਤੇ ਵਕੀਲ ਆਦਿ ਕਿੰਨੀਆਂ ਫੀਸਾਂ ਲੈ ਸਕਦੇ ਨੇ, ਉਹ ਫੀਸਾਂ ਦੇ ਟੇਬਲ ਨੇ ਜਿਹੜੇ ਉਹ ਹਾਈ ਕੋਰਟ ਤੈਅ ਕਰ ਸਕਦੀ ਹੈ। ਕਿਸੇ ਅਦਾਲਤ ਤੋਂ ਕੋਈ ਮੁਕੱਦਮਾ ਹੈ ਜਿਹੜਾ ਆਪਣੇ ਕੋਲ ਮੰਗਵਾ ਸਕਦੀ ਹੈ। ਅਤੇ ਰਾਜ ਵਿੱਚ ਨਿਆਇਕ ਅਧਿਕਾਰੀ ਨੇ ਜਿਹੜੇ ਡਿਸਟ੍ਰਿਕਟ ਜੱਜ ਉਸ ਤੋਂ ਹੇਠਲੇ ਪੱਧਰ ਦੇ ਜਿਹੜੇ ਜੱਜ ਨੇ, ਉਹਨਾਂ ਦੀ ਸਾਰਿਆਂ ਦੀ ਅਪਾਇੰਟਮੈਂਟਸ ਨੇ ਜੋ ਉਹ ਹਾਈ ਕੋਰਟ ਦੇ ਨਿਗਰਾਨੀ ਦੇ ਵਿੱਚ ਕੀਤੀਆਂ ਜਾਂਦੀਆਂ ਨੇ। 8ਵਾਂ ਪੁਆਇੰਟ ਹੈ ਹਾਈ ਕੋਰਟਸ ਨਾਲ ਸੰਬੰਧਿਤ ਕੇਸਾਂ ਦੀ ਤਬਦੀਲੀ ਕਰਨ ਦੀ ਸ਼ਕਤੀ। ਜੇਕਰ ਹਾਈ ਕੋਰਟ ਨੂੰ ਲੱਗੇ ਕਿ ਉਸ ਦੇ ਅਧੀਨ ਆਉਣ ਵਾਲੀ ਕਿਸੇ ਵੀ ਅਦਾਲਤ ਵਿੱਚ ਕੋਈ ਐਸਾ ਮੁਕੱਦਮਾ ਚੱਲ ਰਿਹਾ ਹੈ ਜਿਸ ਦੇ ਨਿਪਟਾਰੇ ਲਈ ਸੰਵਿਧਾਨ ਦੇ ਨਾਲ ਸੰਬੰਧਿਤ ਕਿਸੇ ਕੁਐਸਚਨ ਦੀ ਵਿਆਖਿਆ ਦੀ ਜ਼ਰੂਰਤ ਹੈ, ਉਸ ਵਿਆਖਿਆ ਤੋਂ ਬਿਨਾਂ ਉਸ ਕੇਸ ਦਾ ਫੈਸਲਾ ਨਹੀਂ ਹੋ ਸਕਦਾ, ਤਾਂ ਅਦਾਲਤ ਇਸ ਤਰ੍ਹਾਂ ਦੇ ਕੇਸ ਨੂੰ ਹਾਈ ਕੋਰਟ ਇਸ ਤਰ੍ਹਾਂ ਦੇ ਕੇਸ ਨੂੰ ਆਪਣੇ ਕੋਲ ਮੰਗਵਾ ਸਕਦੀ ਹੈ। ਇੱਥੇ ਹਾਈ ਕੋਰਟ ਕੋਲ ਦੋ ਆਪਸ਼ਨ ਹੁੰਦੀਆਂ ਹਨ। ਹਾਈ ਕੋਰਟ ਇਸ ਤਰ੍ਹਾਂ ਦੇ ਮੁਕੱਦਮੇ ਦਾ ਫੈਸਲਾ ਆਪ ਵੀ ਕਰ ਸਕਦੀ ਹੈ, ਜਾਂ ਫਿਰ ਜਿਹੜਾ ਸੰਵਿਧਾਨਕ ਵਿਆਖਿਆ ਦਾ ਕੁਐਸਚਨ ਸੀ ਉਸ ਨੂੰ ਡਿਸਾਈਡ ਕਰਕੇ ਉਸ ਆਪਣੀ ਜੱਜਮੈਂਟ ਸਮੇਤ ਉਸ ਕੇਸ ਨੂੰ ਉਸੇ ਹੀ ਕੋਰਟ ਕੋਲ ਵਾਪਸ ਭੇਜ ਸਕਦੀ ਹੈ ਜਿਸ ਕੋਰਟ ਕੋਲੋਂ ਮੁਕੱਦਮਾ ਮੰਗਵਾਇਆ ਗਿਆ ਸੀ। ਅਤੇ ਜੋ ਹੇਠਲੀ ਕੋਰਟ ਹੈ ਉਹ ਹਾਈ ਕੋਰਟ ਦੀ ਦਿੱਤੀ ਜੱਜਮੈਂਟ ਦੇ ਅਨੁਸਾਰ ਜੋ ਸੰਵਿਧਾਨ ਦੀ ਵਿਆਖਿਆ ਕੀਤੀ ਹੈ ਉਸ ਵਿਆਖਿਆ ਦੇ ਅਨੁਸਾਰ ਫਿਰ ਉਸ ਕੇਸ ਦਾ ਫੈਸਲਾ ਕਰਨ ਲਈ ਪਾਬੰਦ ਹੁੰਦੀ ਹੈ। 9ਵੀਂ ਵਿਵਸਥਾ ਹੈ ਹਾਈ ਕੋਰਟਸ ਨਾਲ ਸੰਬੰਧਿਤ ਉੱਚ ਅਦਾਲਤ ਦੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਅਤੇ ਸੇਵਾ ਸ਼ਰਤਾਂ ਤੈਅ ਕਰਨ ਦੀ ਸ਼ਕਤੀ ਕਿਹਦੇ ਕੋਲ ਹੈ। ਹਾਈ ਕੋਰਟ ਦੇ ਜਿਹੜੇ ਅਧਿਕਾਰੀ ਨੇ ਅਤੇ ਸਰਵੈਂਟਸ ਨੇ ਉਹਨਾਂ ਦੀਆਂ ਨਿਯੁਕਤੀਆਂ ਇਸ ਦੇ ਕਰਨ ਦੀ ਸ਼ਕਤੀ ਹੈ ਜੋ ਹਾਈ ਕੋਰਟ ਦੇ ਹੀ ਮੁੱਖ ਜੱਜ ਨੂੰ ਦਿੱਤੀ ਗਈ ਹੈ। ਹਾਈ ਕੋਰਟ ਦਾ ਮੁੱਖ ਜੱਜ ਇਹ ਨਿਯੁਕਤੀਆਂ ਆਪ ਕਰ ਸਕਦਾ ਹੈ ਜਾਂ ਕਿਸੇ ਹੋਰ ਆਪਣੇ ਨਾਲ ਦੇ ਜੱਜ ਨੂੰ ਜਾਂ ਕਿ ਹਾਈ ਕੋਰਟ ਦੇ ਕਿਸੇ ਹੋਰ ਅਧਿਕਾਰੀ ਨੂੰ ਇਹ ਪਾਵਰ ਸੌਂਪ ਸਕਦਾ ਹੈ ਕਿ ਉਸ ਦੀ ਥਾਂ ਤੇ ਉਹ ਅਧਿਕਾਰੀਆਂ ਅਤੇ ਸਰਵੈਂਟਸ ਦੀਆਂ ਨਿਯੁਕਤੀਆਂ ਕਰੇਗਾ। ਇਹਨਾਂ ਅਧਿਕਾਰੀਆਂ ਦੀਆਂ ਜੋ ਸਰਵਿਸ ਕੰਡੀਸ਼ਨ ਨੇ ਉਹ ਵੀ ਹਾਈ ਕੋਰਟ ਦਾ ਮੁੱਖ ਜੱਜ ਹੀ ਤੈਅ ਕਰਦਾ ਹੈ ਜਾਂ ਉਸ ਦੁਆਰਾ ਅਧਿਕਾਰਤ ਕੀਤਾ ਕੋਈ ਹੋਰ ਜੱਜ ਜਾਂ ਅਧਿਕਾਰੀ ਤੈਅ ਕਰਦਾ ਹੈ, ਭਾਵ ਮੁੱਖ ਜੱਜ ਦੇ ਅਧਿਕਾਰ ਖੇਤਰ ਵਿੱਚ ਹੀ ਇਹ ਪਾਵਰ ਆਉਂਦੀ ਹੈ। ਇਹਨਾਂ ਅਧਿਕਾਰੀਆਂ ਦੀਆਂ ਜੋ ਤਨਖਾਹਾਂ, ਭੱਤੇ ਅਤੇ ਪੈਨਸ਼ਨਾਂ ਆਦਿ ਨੇ ਉਹ ਰਾਜ ਦੀ ਸੰਚਿਤ ਨਿਧੀ ਦੇ ਵਿੱਚੋਂ ਦੇਣ ਯੋਗ ਹੁੰਦੇ ਨੇ, ਭਾਰਤ ਖਰਚ ਹੁੰਦੇ ਨੇ, ਭਾਵ ਇਹ ਖਰਚ ਨੇ ਜਿਹੜੇ ਹਰ ਹਾਲਤ ਦੇ ਵਿੱਚ ਕਰਨੇ ਹੀ ਹੁੰਦੇ ਨੇ। ਰਾਜ ਦੀ ਸਰਕਾਰ ਇਹਨਾਂ ਨੂੰ ਘਟਾ ਨਹੀਂ ਸਕਦੀ, ਰਾਜ ਦੀ ਵਿਧਾਨ ਸਭਾ ਇਹਨਾਂ ਤੇ ਵੋਟਿੰਗ ਨਹੀਂ ਕਰ ਸਕਦੀ, ਚਰਚਾ ਕਰ ਸਕਦੀ ਹੈ ਭਾਰਤੀ ਖਰਚ ਤੇ, ਪਰ ਵੋਟਿੰਗ ਨਹੀਂ ਕਰ ਸਕਦੀ। ਇਸ ਤਰ੍ਹਾਂ ਜੋ ਅਦਾਲਤ ਦੇ ਅਧਿਕਾਰੀ ਨੇ, ਅਦਾਲਤ ਦੇ ਸਰਵੈਂਟਸ ਨੇ, ਉਹਨਾਂ ਦੀਆਂ ਨਿਯੁਕਤੀਆਂ, ਸੇਵਾ ਸ਼ਰਤਾਂ ਅਤੇ ਤਨਖਾਹਾਂ ਆਦਿ ਤੇ ਪੂਰਾ ਕੰਟਰੋਲ ਹਾਈ ਕੋਰਟ ਦਾ ਆਪਣਾ ਹੀ ਹੁੰਦਾ ਹੈ। 10ਵੀਂ ਪ੍ਰੋਵੀਜ਼ਨ ਹੈ ਹਾਈ ਕੋਰਟਸ ਨਾਲ ਸੰਬੰਧਿਤ ਕਿ ਸਾਂਝੀਆਂ ਹਾਈ ਕੋਰਟਸ ਵੀ ਬਣਾਈਆਂ ਜਾ ਸਕਦੀਆਂ ਨੇ, ਕਾਮਨ ਹਾਈ ਕੋਰਟਸ ਵੀ ਬਣਾਈਆਂ ਜਾ ਸਕਦੀਆਂ ਨੇ। ਜੇ ਸੰਸਦ ਚਾਹੇ ਤਾਂ ਕਿਸੇ ਰਾਜ ਨਾਲ ਸੰਬੰਧਿਤ ਹਾਈ ਕੋਰਟ ਦਾ ਅਧਿਕਾਰ ਖੇਤਰ ਕਿਸੇ ਸੰਘੀ ਪ੍ਰਦੇਸ਼ ਤੱਕ, ਕਿਸੇ ਕੇਂਦਰ ਸ਼ਾਸਿਤ ਪ੍ਰਦੇਸ਼ ਤੱਕ ਵਧਾ ਸਕਦੀ ਹੈ, ਜਾਂ 2 ਰਾਜਾਂ ਲਈ ਇੱਕ ਹਾਈ ਕੋਰਟ ਅਪਾਇੰਟ ਕਰ ਸਕਦੀ ਹੈ, ਜਾਂ 2 ਰਾਜਾਂ ਲਈ ਜਾਂ ਅਤੇ ਕਿਸੇ ਤੀਜੇ ਕੇਂਦਰੀ ਸ਼ਾਸਿਤ ਪ੍ਰਦੇਸ਼ ਲਈ ਵੀ ਇੱਕ ਸਾਂਝੀ ਹਾਈ ਕੋਰਟ ਦਾ ਗਠਨ ਕਰ ਸਕਦੀ ਹੈ। ਇਸ ਸਮੇਂ ਜੋ ਸਾਡੀਆਂ ਹਾਈ ਕੋਰਟਸ ਨੇ, ਕੁਝ 7 ਹਾਈ ਕੋਰਟਸ ਨੇ ਜਿਹੜੀਆਂ ਇੱਕ ਤੋਂ ਜ਼ਿਆਦਾ ਰਾਜਾਂ ਦੀ ਜਾਂ ਇੱਕ ਤੋਂ ਜ਼ਿਆਦਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਕਮਾਨ ਸੰਭਾਲ ਰਹੀਆਂ ਨੇ। ਜਿਵੇਂ ਮੁੰਬਈ ਹਾਈ ਕੋਰਟ ਹੈ, ਇਸ ਦੇ ਅਧੀਨ ਗੋਆ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਊ ਅਤੇ ਮਹਾਰਾਸ਼ਟਰ, ਇਹ 4 ਯੂਨਿਟ ਨੇ ਜਿਹੜੇ ਆਉਂਦੇ ਨੇ। ਇਸ ਤਰ੍ਹਾਂ ਕਲਕੱਤਾ ਹੈ ਜੋ ਇਹ ਅੰਡੇਮਾਨ ਨਿਕੋਬਾਰ ਦੀ ਸਮੂਹ ਅਤੇ ਪੱਛਮੀ ਬੰਗਾਲ, ਗੁਹਾਟੀ, ਜੰਮੂ ਕਸ਼ਮੀਰ, ਕੇਰਲਾ, ਮਦਰਾਸ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਹੈ ਜੋ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤਿੰਨਾਂ ਹੀ ਖੇਤਰਾਂ ਦਾ ਕਾਰਜਭਾਰ ਸੰਭਾਲਦੀ ਹੈ। ਤੇ ਲਾਸਟ ਤੇ ਅਸੀਂ ਹਾਈ ਕੋਰਟ ਨਾਲ ਸੰਬੰਧਿਤ ਵਿਵਸਥਾਵਾਂ ਦਾ ਅਧਿਐਨ ਕਰਨ ਤੇ ਕਨਕਲੂਡ ਕਰ ਸਕਦੇ ਹਾਂ ਕਿ ਹਾਈ ਕੋਰਟ ਰਾਜ ਦੇ ਵਿੱਚ ਨਿਆਇਕ ਢਾਂਚੇ ਨੂੰ ਨਿਯੰਤਰਿਤ ਕਰਦੀ ਹੈ। ਨਿਆਇਕ ਢਾਂਚਾ ਪੂਰੀ ਤਰ੍ਹਾਂ ਨਾਲ ਹਾਈ ਕੋਰਟ ਦੇ ਅਧੀਨ ਵਿੱਚ ਹੁੰਦਾ ਹੈ ਰਾਜ ਦਾ। ਸੰਵਿਧਾਨ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉੱਚ ਅਦਾਲਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪੋਲੀਟੀਕਲ ਇੰਟਰਫੇਰੈਂਸ ਤੋਂ ਮੁਕਤ ਰੱਖਿਆ ਜਾਵੇ। ਰਾਜ ਦੀ ਉੱਚ ਅਦਾਲਤ ਦੇ ਕੰਮਾਂ ਦੇ ਵਿੱਚ ਰਾਜ ਦੀ ਸਰਕਾਰ ਜਾਂ ਰਾਜ ਦੀ ਵਿਧਾਨ ਸਭਾ ਉਹ ਬਿਲਕੁਲ ਵੀ ਦਖਲਅੰਦਾਜ਼ੀ ਨਹੀਂ ਕਰ ਸਕਦੀ। ਜੱਜਾਂ ਦੀਆਂ ਅਪਾਇੰਟਮੈਂਟਸ, ਜੱਜਾਂ ਦੀਆਂ ਤਨਖਾਹਾਂ, ਭੱਤੇ, ਸਾਰਾ ਕੁਝ ਹੈ ਜੋ ਕੇਂਦਰ ਦੁਆਰਾ ਤੈਅ ਕੀਤਾ ਜਾਂਦਾ ਹੈ। ਕੁਝ ਕੰਮ ਰਾਸ਼ਟਰਪਤੀ ਦੁਆਰਾ, ਕੁਝ ਕੰਮ ਭਾਰਤ ਦੀ ਸੰਸਦ ਦੁਆਰਾ ਕੀਤੇ ਜਾਂਦੇ ਨੇ। ਤੇ ਨਾ ਹੀ ਰਾਜ ਦਾ ਵਿਧਾਨ ਮੰਡਲ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣਾ ਸਕਦਾ ਹੈ ਜਿਹੜਾ ਰਾਜ ਉੱਚ ਅਦਾਲਤ ਦੀਆਂ ਸ਼ਕਤੀਆਂ ਨੂੰ ਪ੍ਰਭਾਵਿਤ ਕਰਦਾ ਹੋਵੇ। ਜੇ ਰਾਜਪਾਲ ਨੂੰ ਲੱਗੇ ਕਿ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਤਾਂ ਉਹ ਉਸ ਕਾਨੂੰਨ ਨੂੰ ਆਪ ਸਾਈਨ ਨਾ ਕਰਕੇ ਰਾਸ਼ਟਰਪਤੀ ਦੇ ਹਸਤਾਖਰਾਂ ਲਈ ਰਾਖਵਾਂ ਰੱਖ ਸਕਦਾ ਹੈ। ਇਸ ਤਰ੍ਹਾਂ ਜੋ ਉੱਚ ਅਦਾਲਤਾਂ ਨੇ ਉਹ ਰਾਜਾਂ ਵਿੱਚ ਨਿਆਇਕ ਢਾਂਚੇ ਨੂੰ ਪੂਰੀ ਤਰ੍ਹਾਂ ਨਿਯੰਤਰਿਤ ਕਰਨ ਵਿੱਚ ਸਹੀ ਰੂਪ ਦੇ ਵਿੱਚ ਸੰਚਾਲਨ ਕਰਨ ਲਈ ਆਪਣੀ ਜ਼ਿੰਮੇਵਾਰੀ ਨਿਭਾ ਰਹੀਆਂ ਨੇ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।